ਪੰਜਾਬ ਵਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮੇਘਾ ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ ਸਵਾਗਤ ਕਰਦੀ ਹਾਂ। ਜੇ ਕੋਈ ਆਪਣੀ ਸਾਰੀ ਜ਼ਿੰਦਗੀ ਹਰ ਰੋਜ਼ ਯੋਗ ਕਰੇ ਤਾਂ ਬਹੁਤ ਸਾਰੀ ਸਮੱਸਿਆਵਾਂ ਤੋਂ ਦੂਰ ਰਹਿ ਸਕਦਾ ਹੈ। ਯੋਗ ਕਰਨ ਦੇ ਨਾਲ ਸਾਡੇ ਸਰੀਰ ਦੇ ਵਿੱਚ ਇੱਕ ਅਜਿਹੀ ਊਰਜਾ ਦਾ ਸੰਚਾਰ ਹੁੰਦਾ ਹੈ ਜੋ ਸਾਨੂੰ ਬਹੁਤ ਸਾਰੀ ਸਮੱਸਿਆਵਾਂ ਤੋਂ ਦੂਰ ਰੱਖ ਸਕਦਾ ਹੈ। ਪਰ ਜ਼ਰੂਰੀ ਹੈ ਕਿ ਅਸੀਂ ਹਰ ਰੋਜ਼ योग करिए। तो इस लिए आरोग जीवन के अज के इस अंक दे विच असी योग सिखांगे। बहुत बहुत स्वागत करते हैं डॉक्टर हरविंदर कौर दा जी। प्रोग्राम की शुरुआत करते हैं असी योग की गल कर रहे हैं। तो अज के इस अंक दे विच शुरुआत करते हैं थायराइड की समस्या के नाल कि क्यों हो जाता है थायराइड। हाँ जी मेघा जी, असी अज गल करन जा रहे हैं थायराइड की बीमारियां वास्ते जी। सो थायराइड की प्रॉब्लम की हुंदी है ते थायराइड नूं असी योग राहीं किद्दां ठीक कर सकते हैं। जी, अज दा साडा ये प्रोग्राम रहेगा। सो सब तो पहला मैं दसना चाहांगी थायराइड साडी बॉडी दा एक बहुत इंपॉर्टेंट ग्लैंड है, गले दे विच हुंदा है, इहनूं असी ग्रंथी भी कहने आ। सो थायराइड ग्लैंड दा मेन काम हुंदा है जे बच्चियां विच गल करिए तो उन्हां दी हाइट, बच्चियां दी ग्रोथ, लेडीज या जो असीं वड्डे हो जाने आ उदों साडा वेट मेनटेन करके रखदा है थायराइड। लेडीज दे विच पीरियड्स नूं रेगुलर करदा है, साडा ब्लड प्रेशर थायराइड कंट्रोल करके रखदा है, साडा वेट कंट्रोल करके रखदा है जी। काफ़ी हद तक जिहड़ी साडी स्किन नूं हेल्दी रखण विच भी थायराइड ग्लैंड दा बहुत वड्डा रोल है जी। हड्डियां नूं ताकत दिंदा है। सो किधरे ना किधरे थायराइड ग्लैंड दा हेल्दी रहना साडी ओवरऑल बॉडी वास्ते बहुत इंपॉर्टेंट है, बहुत ज़रूरी है। पर थायराइड की जिहड़ी बीमारी है असीं देख रहे हैं कि आए दिन बहुत सारे लोगों नूं हो रही है ना। इहदा की कारण है, क्यों वध रही है थायराइड की समस्या? सारे लोग खास करके औरतां जी सवेरे उठदियां सार पहले थायराइड ग्लैंड दी जो थायराइड दी जो मेडिसिन है वो खांदियां, फिर अपने दिन की शुरुआत करदियां। बिल्कुल ठीक। इत्थों तक कि मैं एक्सपीरियंस किया है कि बच्चियां नूं भी थायराइड की प्रॉब्लम स्टार्ट हो गई है। सो थायराइड ग्लैंड 3 हार्मोन्स बनाता है, T3, T4, TSH, बहुत सारे लोगों को पता होएगा। सो इन्हां दी सिक्रेशन जो डिस्टर्ब हो जाती है, हार्मोन्स का बैलेंस बिगड़ जाता है। सो ਉਹਦੇ ਨਾਲ ਬੱਚਿਆਂ ਵਿੱਚ ਜਾਂ ਲੇਡੀਜ਼ ਵਿੱਚ ਮੋਟਾਪਾ ਆਣਾ ਸ਼ੁਰੂ ਹੁੰਦਾ ਹੈ। ਸਭ ਤੋਂ ਵੱਡਾ ਇਹਦਾ ਕਾਰਨ ਹੁੰਦਾ ਹੈ ਤਣਾਅ। ਅਗਰ ਅਸੀਂ ਮੇਰੇ ਕੋਲ ਕੋਈ ਵੀ ਥਾਇਰਾਇਡ ਦਾ ਪੇਸ਼ੈਂਟ ਆਂਦਾ ਹੈ ਤਾਂ ਮੈਂ ਉਹਨੂੰ ਸਭ ਤੋਂ ਪਹਿਲਾਂ ਇਹੀ ਸਵਾਲ ਪੁੱਛਦੀ ਆ ਕਿ ਤੁਹਾਨੂੰ ਸਟ੍ਰੈਸ ਤਾਂ ਨਹੀਂ ਰਹਿੰਦਾ। ਸੋ ਸਭ ਤੋਂ ਵੱਡਾ ਕਾਰਨ ਹੈ ਤਣਾਅ। ਜੇ ਤੁਸੀਂ ਤਣਾਅ ਦੂਰ ਕਰ ਲੋਗੇ ਤਾਂ ਥਾਇਰਾਇਡ ਜਿਹੜਾ ਤੁਹਾਡਾ ਹੈਗਾ ਉਹ ਆਪਣੇ ਆਪ ਠੀਕ ਹੋ ਜਾਏਗਾ। ਸੋ ਕਿਸੇ ਵੀ ਬਿਮਾਰੀ ਦਾ ਪਹਿਲੇ ਸਾਨੂੰ ਕਾਰਨ ਲੱਭਣਾ ਚਾਹੀਦਾ ਹੈ। ਕਾਰਨ ਅਗਰ ਸਾਨੂੰ ਲੱਭ ਜਾਏ ਤਾਂ ਉਸ ਬਿਮਾਰੀ ਨੂੰ ਅਸੀਂ ਜੜ ਤੋਂ ਦੂਰ ਕਰ ਸਕਦੇ ਹਾਂ। ਸੋ ਉਸ ਤੋਂ इलावा ਜਿਹੜੇ ਲੋਕ ਬਿਲਕੁਲ ਵੀ ਐਕਸਰਸਾਈਜ਼ਸ ਨਹੀਂ ਕਰਦੇ, ਸਾਰਾ ਦਿਨ ਕੁਰਸੀ ਤੇ ਬੈਠਣ ਵਾਲਾ ਜੌਬ ਹੈ ਜਾਂ ਮਨ ਹੀ ਨਹੀਂ ਕਰਦਾ ਕੁਝ ਵੀ ਐਕਸਰਸਾਈਜ਼ ਕਰਨ ਦਾ, ਉਹਨਾਂ ਨੂੰ ਵੀ ਥਾਇਰਾਇਡ ਦੀ ਪ੍ਰੋਬਲਮ ਹੁੰਦੀ ਹੈ। ਕਈ ਲੋਕਾਂ ਨੂੰ ਕਿਸੇ ਹੋਰ ਬਿਮਾਰੀ ਕਰਕੇ ਖੂਬ ਸਾਰੀਆਂ ਦਵਾਈਆਂ ਚੱਲ ਰਹੀਆਂ ਨੇ, ਉਹਨਾਂ ਦਵਾਈਆਂ ਦਾ ਸਾਈਡ ਇਫੈਕਟ ਹੋ ਜਾਂਦਾ ਹੈ, ਤਦ ਵੀ ਥਾਇਰਾਇਡ ਹੁੰਦਾ ਹੈ। ਸਾਡੀ ਫੈਮਿਲੀ ਵਿੱਚ ਅਗਰ ਹਿਸਟਰੀ ਹੈ, ਸਾਡੇ ਪੇਰੈਂਟਸ ਚੋਂ ਕਿਸੇ ਨੂੰ ਥਾਇਰਾਇਡ ਸੀ ਤਾਂ ਵੀ ਸਾਨੂੰ ਥਾਇਰਾਇਡ ਹੁੰਦਾ ਹੈ। ਸੋ ਪਹਿਲੇ ਤੁਹਾਨੂੰ ਰੀਜ਼ਨ ਪਤਾ ਲਗਾਉਣਾ ਚਾਹੀਦਾ ਹੈ ਕਿ ਤੁਹਾਨੂੰ ਥਾਇਰਾਇਡ ਕਿਉਂ ਹੋਇਆ। ਸੋ ਉਹਦੇ ਅਕੋਰਡਿੰਗਲੀ ਅਗਰ ਤੁਸੀਂ ਉਹਨੂੰ ਟ੍ਰੀਟ ਕਰੋਗੇ ਤਾਂ ਤੁਸੀਂ ਸਾਰੀ ਉਮਰ ਦਵਾਈ ਖਾਣ ਤੋਂ ਬਚ ਸਕਦੇ ਹੋ। ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਪਰ ਜੇ ਗੱਲ ਕਰਦੇ ਹਾਂ ਅਸੀਂ ਹੋਮਿਓਪੈਥੀ ਦੀ, ਕੀ ਹੋਮਿਓਪੈਥੀ ਦੇ ਵਿੱਚ ਥਾਇਰਾਇਡ ਦਾ ਇਲਾਜ ਸੰਭਵ ਹੈ? ਹਾਂਜੀ, ਉਹਦੇ ਵਿੱਚ ਜਦੋਂ ਸਾਡੇ ਕੋਲ ਕੋਈ ਪੇਸ਼ੈਂਟ ਆਂਦਾ ਹੈ ਤੇ ਅਸੀਂ ਜੋ ਵੀ ਇੱਕ ਡੋਜ਼ ਪੇਸ਼ੈਂਟ ਖਾ ਰਿਹਾ ਹੁੰਦਾ ਹੈ ਐਲੋਪੈਥਿਕ ਮੈਡੀਸਿਨ ਦੀ, ਸੋ ਪਾਰਟਿਕੂਲਰ ਪਾਵਰ ਚੱਲ ਰਹੀ ਹੁੰਦੀ ਹੈ, ਕੋਈ 50 mcg ਲੈ ਰਿਹਾ, ਕੋਈ 100 mcg ਲੈ ਰਿਹਾ, ਅਸੀਂ ਉਹਨੂੰ ਸਡਨਲੀ ਸਟਾਪ ਨਹੀਂ ਕਰਦੇ ਕਿਉਂਕਿ ਇਹ ਹਾਰਮੋਨ ਹੈ। ਅਸੀਂ ਹੌਲੀ ਹੌਲੀ ਮੈਡੀਸਿਨ ਦੀ ਜਿਹੜੀ ਡੋਜ਼ ਆ ਉਹਨੂੰ ਗ੍ਰੈਜੂਅਲੀ ਟੇਪਰ ਆਫ ਕਰਕੇ ਨਾਲ ਆਪਣੀ ਮੈਡੀਸਿਨ ਤੇ ਯੋਗ ਜ਼ਰੂਰ ਅਸੀਂ ਨਾਲ ਕਰਵਾਈਦਾ ਹੈ ਤਾਂ ਹੀ ਥਾਇਰਾਇਡ ਜਿਹੜਾ ਹੈ 3 ਮੰਥਸ ਤੋਂ ਲੈ ਕੇ 6 ਮੰਥ ਦੇ ਅੰਦਰ ਥਾਇਰਾਇਡ ਦੀ ਮੈਡੀਸਿਨ ਤੁਹਾਡੀ ਹਮੇਸ਼ਾ ਵਾਸਤੇ ਬੰਦ ਹੋ ਸਕਦੀ ਹੈ। ਸਿਰਫ ਲੋੜ ਹੈ ਤੁਹਾਨੂੰ 24 ਘੰਟਿਆਂ ਵਿੱਚੋਂ 1 ਘੰਟਾ ਯੋਗ ਕਰਨ ਦੀ। ਅਗਰ ਤੁਹਾਨੂੰ ਥਾਇਰਾਇਡ ਦੀ ਪ੍ਰੋਬਲਮ ਹੈ ਤਾਂ ਤੁਸੀਂ ਖਾਸ थायराइड ਨੂੰ ਹੀ ਠੀਕ ਕਰਨ ਵਾਲਾ ਯੋਗ ਕਰਨਾ ਹੈ। ਜੀ ਬਹੁਤ ਵਧੀਆ ਤੁਸੀਂ ਗੱਲ ਕੀਤੀ ਕਿ ਜੇ ਅਸੀਂ 1 ਘੰਟਾ ਰੋਜ਼ ਆਪਣੇ ਲਈ ਕੱਢੀਏ ਤੇ ਥਾਇਰਾਇਡ ਦੀ ਜਿਹੜੀ ਸਮੱਸਿਆ ਹੈ ਉਹਦੇ ਤੋਂ ਅਸੀਂ ਦੂਰ ਹੋ ਸਕਦੇ ਹਾਂ, ਅਸੀਂ ਬਿਲਕੁਲ ਠੀਕ ਹੋ ਸਕਦੇ ਹਾਂ। ਤੇ ਕਿਹੜੇ ਖਾਸ ਯੋਗ ਆਸਨ ਨੇ ਜਿਹੜੇ ਅਸੀਂ ਥਾਇਰਾਇਡ ਲਈ ਕਰਨੇ ਹੈ, ਅਸੀਂ ਡਾਕਟਰ ਹਰਵਿੰਦਰ ਕੌਰ ਤੋਂ ਜ਼ਰੂਰ ਜਾਣਾਂਗੇ। ਹਾਂਜੀ, ਮੈਂ ਇਸ ਤਰ੍ਹਾਂ ਤਾਂ ਬਹੁਤ ਸਾਰੇ ਆਸਨ ਨੇ, ਬਰੀਥਿੰਗ ਐਕਸਰਸਾਈਜ਼ਸ ਨੇ, ਬਟ ਮੈਂ ਤੁਹਾਨੂੰ ਮੇਨ 3 ਪੋਸਚਰ ਫਿਜ਼ੀਕਲ ਪੋਸਚਰਸ ਦੱਸਾਂਗੀ ਜਿਹਦੇ ਨਾਲ
ਪੂਰਾ ਦਾ ਪੂਰਾ ਖੂਨ ਦਾ ਜਿਹੜਾ ਬਹਾਵ ਹੈ ਉਹ ਸਾਡਾ ਗਲੇ ਵੱਲ ਹੀ ਆਏਗਾ। ਜਿਹੜਾ ਸਾਡਾ ਥਾਇਰਾਇਡ ਗਲੈਂਡ ਦੀ ਤਰਫ ਜਦੋਂ ਬਲੱਡ ਸਰਕੂਲੇਸ਼ਨ ਵੱਧ ਜਾਏਗਾ ਤੇ ਉਦੋਂ ਤੁਹਾਨੂੰ ਆਪਣੇ ਆਪ ਤੁਹਾਡਾ ਜਿਹੜਾ ਇਹਦਾ ਹਾਰਮੋਨਲ ਲੈਵਲ ਹੈ ਉਹ ਨਾਰਮਲ ਹੋ ਜਾਏਗਾ ਤੇ ਸਲੋਲੀ ਤੁਸੀਂ ਆਪਣੀ ਮੈਡੀਸਿਨ ਬੰਦ ਕਰ ਸਕਦੇ ਹੋ। ਸੋ ਪਹਿਲਾ ਆਸਨ ਅਸੀਂ ਇਹਦੇ ਵਿੱਚ ਗੱਲ ਕਰਦੇ ਹਾਂ ਪਰਵਤ ਆਸਨ, ਮਾਊਂਟੇਨ ਪੋਜ਼ ਕਹਿੰਦੇ ਆ। ਸੋ ਮਾਊਂਟੇਨ ਪੋਜ਼ ਦੀ ਪ੍ਰੈਕਟਿਸ ਕਰਨ ਨਾਲ ਅਸੀਂ ਥਾਇਰਾਇਡ ਗਲੈਂਡ ਨੂੰ ਕੁਝ ਹੀ ਹਫ਼ਤਿਆਂ ਵਿੱਚ ਦੂਰ ਕਰ ਸਕਦੇ ਆ। ਸੋ ਮਾਊਂਟੇਨ ਪੋਜ਼ ਨੂੰ ਤੁਸੀਂ ਦਿਨ 'ਚ 2-3 ਵਾਰ ਸਵੇਰੇ ਸ਼ਾਮ ਕਰਨਾ ਹੈ। ਉਸ ਤੋਂ ਬਾਅਦ ਦੂਸਰਾ ਪੋਸਚਰ ਹੈ ਕੋਬਰਾ ਪੋਜ਼, ਜਿਹਨੂੰ ਅਸੀਂ ਭੁਜੰਗ ਆਸਨ ਵੀ ਕਹਿੰਦੇ ਆ। ਸੋ ਭੁਜੰਗ ਆਸਨ ਦੇ ਨਾਲ ਵੀ ਬਾਕੀ ਫਾਇਦਿਆਂ ਤੋਂ ਇਲਾਵਾ ਥਾਇਰਾਇਡ ਗਲੈਂਡ ਵੀ ਜਦੋਂ ਅਸੀਂ ਭੁਜੰਗ ਆਸਨ ਕਰਦੇ ਆ ਤੇ ਅਸੀਂ ਪੂਰਾ ਦਾ ਪੂਰਾ ਧਿਆਨ ਆਪਣੇ ਗਲੇ ਦੇ ਉੱਤੇ, ਯੋਗ ਵਿੱਚ ਅਸੀਂ ਆਪਣਾ ਧਿਆਨ ਉਸੇ ਪਾਰਟ ਤੇ ਲੈ ਕੇ ਜਾਂਦੇ ਆ ਜਿਸ ਪਾਰਟ ਨੂੰ ਅਸੀਂ ਟ੍ਰੀਟ ਕਰਨਾ ਹੁੰਦਾ ਹੈ। ਸੋ ਭੁਜੰਗ ਆਸਨ ਵਿੱਚ ਵੀ ਅਸੀਂ ਆਪਣਾ ਧਿਆਨ ਗਲੇ ਦੀ ਜਿਹੜੀ ਥਾਇਰਾਇਡ ਦੀ ਗ੍ਰੰਥੀ ਹੈ ਇਹਦੇ ਉੱਤੇ ਦਿੰਨੇ ਆ। ਠੀਕ ਹੈ। ਤੀਸਰਾ ਜਿਹੜਾ ਪੋਸਚਰ ਹੈ ਥਾਇਰਾਇਡ ਗਲੈਂਡ ਦੀ ਪ੍ਰੋਬਲਮ ਵਾਸਤੇ ਉਹ ਹੈਗਾ ਸਰਵਾਂਗ ਆਸਨ। ਸੋ ਸਰਵਾਂਗ ਆਸਨ ਕਰਨ ਨਾਲ ਸਭ ਤੋਂ ਜ਼ਿਆਦਾ ਫਾਇਦਾ ਐਕਚੁਅਲੀ ਸਰਵਾਂਗ ਆਸਨ ਨਾਲ ਹੁੰਦਾ ਹੈ। ਸੋ ਪ੍ਰੋਪਰ ਸਰਵਾਂਗ ਆਸਨ ਕਰਨਾ ਥੋੜਾ ਮੁਸ਼ਕਿਲ ਹੁੰਦਾ ਹੈ, ਲੇਕਿਨ ਮੈਂ ਤੁਹਾਨੂੰ ਅੱਜ ਬੜੇ ਸੌਖੇ ਤਰੀਕੇ ਨਾਲ ਸਰਵਾਂਗ ਆਸਨ ਕਰਨਾ ਦੱਸਾਂਗੀ। ਸੋ ਅਗਰ ਤੁਸੀਂ ਕੋਈ ਵੀ ਆਪਣੀ ਬਿਮਾਰੀ ਨੂੰ ਲੈ ਕੇ ਤੁਸੀਂ ਆਨਲਾਈਨ ਵੀ ਅਗਰ ਕਲਾਸਿਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ 6283116193 ਤੇ ਡਾਕਟਰ ਹਰਵਿੰਦਰ ਕੌਰ ਮੇਰਾ ਨਾਮ ਹੈ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਸੋ ਆਨਲਾਈਨ ਕਲਾਸਿਸ ਤੁਸੀਂ ਕੁਝ ਸੈਸ਼ਨਸ ਲੈ ਸਕਦੇ ਹੋ, ਸਿੱਖ ਸਕਦੇ ਹੋ ਜੋ ਤੁਹਾਡੀ ਬਾਡੀ ਦੀ ਰਿਕੁਆਇਰਮੈਂਟ ਹੈ ਤੇ ਆਪਣੀਆਂ ਬਿਮਾਰੀਆਂ ਦੂਰ ਕਰ ਸਕਦੇ ਹੋ। ਸੋ ਮੈਂ ਜਿਵੇਂ ਗੱਲ ਕਰ ਰਹੀ ਸੀ ਕਿ 3 ਮੇਨ ਪੋਸਚਰਸ ਅਸੀਂ ਕਰਾਂਗੇ ਥਾਇਰਾਇਡ ਗਲੈਂਡ ਦੀ ਬਿਮਾਰੀ ਨੂੰ ਦੂਰ ਕਰਨ ਵਾਸਤੇ। ਹੋਰ ਅਸੀਂ ਯੋਗ ਵਿੱਚ ਹੱਥਾਂ ਦੀਆਂ ਕੁਝ ਮੁਦਰਾਵਾਂ ਕਰਦੇ ਹਾਂ। ਆਕਾਸ਼ ਤੱਤਵ, ਸਾਡੇ ਸਰੀਰ ਵਿੱਚ 5 ਤੱਤਵ ਹੁੰਦੇ ਨੇ ਉਹਦੇ ਵਿੱਚ ਅਗਨੀ, ਹਵਾ, ਆਕਾਸ਼, ਪ੍ਰਿਥਵੀ ਤੇ ਜਲ। ਇਹਨਾਂ 5 ਤੱਤਵਾਂ ਵਿੱਚੋਂ ਜਦੋਂ ਆਕਾਸ਼ ਤੱਤਵ ਦੀ ਸਾਡੀ ਬਾਡੀ ਵਿੱਚ ਡਿਸਟਰਬੈਂਸ ਹੁੰਦੀ ਹੈ ਉਦੋਂ ਸਾਨੂੰ ਗਲੇ ਨਾਲ ਸੰਬੰਧਿਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਹੋ ਜਾਂਦੀਆਂ। ਸੋ ਥਾਇਰਾਇਡ ਗਲੈਂਡ ਅਗਰ ਤੁਸੀਂ ਠੀਕ ਕਰਨਾ ਹੈ ਤਾਂ ਤੁਸੀਂ ਦਿਨ ਵਿੱਚ ਸਵੇਰੇ ਸ਼ਾਮ 5-5 ਮਿੰਟ ਆਕਾਸ਼ ਮੁਦਰਾ ਦਾ ਅਭਿਆਸ ਕਰਨਾ ਹੈ। ਸੋ ਆਕਾਸ਼ ਮੁਦਰਾ ਦਾ ਅਭਿਆਸ ਕਰਨ ਵਾਸਤੇ ਤੁਸੀਂ ਆਪਣੇ ਅੰਗੂਠੇ ਦੀ ਜਿਹੜੀ ਟਿਪ ਹੈ, ਮਿਡਲ ਫਿੰਗਰ ਦੀ ਟਿਪ ਹੈ, ਇਹਨਾਂ ਨੂੰ ਆਪਸ ਵਿੱਚ ਮਿਲਾਣਾ ਹੈ। ਤੁਸੀਂ ਆਪਣੇ ਹੱਥਾਂ ਨੂੰ ਗੋਡਿਆਂ ਦੇ ਉੱਤੇ ਰੱਖਣਾ ਹੈ। ਤੁਸੀਂ ਪਰਮਾਤਮਾ ਦਾ ਨਾਮ ਲੈ ਰਹੇ ਹੋ, ਤੁਸੀਂ ਇਸ ਮੁਦਰਾ ਦੀ ਪ੍ਰੈਕਟਿਸ ਕਰ ਸਕਦੇ ਹੋ। ਤੁਸੀਂ ਵਾਕ ਕਰ ਰਹੇ ਹੋ, ਤੁਸੀਂ ਇਸ ਮੁਦਰਾ ਦੀ ਪ੍ਰੈਕਟਿਸ ਕਰ ਸਕਦੇ ਹੋ। ਸੋ ਇਹਨਾਂ ਮੁਦਰਾਵਾਂ ਦਾ ਅਸਰ ਮੇਗਾ ਜੀ 1 ਹਫ਼ਤੇ ਦੇ ਅੰਦਰ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਟੀਵੀ 'ਚ ਆਪਣਾ ਮਨਪਸੰਦ ਸੀਰੀਅਲ ਦੇਖ ਰਹੇ ਹੋ ਤਾਂ ਸੀਰੀਅਲ ਦੇਖਦੇ ਵੀ ਤੁਸੀਂ ਇਸ ਮੁਦਰਾ ਦੀ ਇਸ ਤਰੀਕੇ ਨਾਲ ਪ੍ਰੈਕਟਿਸ ਕਰ ਸਕਦੇ ਹੋ। ਅਸੀਂ ਜ਼ੋਰ ਦੀ ਨਹੀਂ ਦਬਾਣਾ, ਬਹੁਤ ਹੀ ਹਲਕੇ ਹੱਥਾਂ ਨਾਲ ਆਪਣੀ ਮਿਡਲ ਫਿੰਗਰ ਔਰ ਥੰਬ ਨੂੰ ਆਪਸ ਵਿੱਚ ਮਿਲਾਣਾ ਹੈ ਔਰ 1 ਹਫ਼ਤੇ ਦੇ ਅੰਦਰ ਤੁਹਾਡੇ ਵਿੱਚ ਚੇਂਜਸ ਆਣੇ ਸ਼ੁਰੂ ਹੋ ਜਾਂਦੇ ਨੇ ਹਸਤ ਮੁਦਰਾ ਥੈਰੇਪੀ ਨਾਲ। ਹਸਤ ਮੁਦਰਾ ਥੈਰੇਪੀ ਜੇ ਅਪਣਾਉਂਦੇ ਆ ਤੇ ਬਹੁਤ ਸਾਰੇ ਬਦਲਾਵ ਆਪਣੇ ਵਿੱਚ ਅਸੀਂ ਲਿਆ ਸਕਦੇ ਆ। ਤੇ ਯੋਗ ਆਸਨ ਅਸੀਂ ਹੁਣੇ ਦੇਖੇ ਤੇ ਜੇ ਅਸੀਂ ਯੋਗ ਆਸਨ ਇਹ ਕਰਾਂਗੇ ਤੇ ਅਸੀਂ ਥਾਇਰਾਇਡ ਨੂੰ ਆਪਣੇ ਤੋਂ ਦੂਰ ਰੱਖ ਸਕਦੇ ਆ। ਤੇ ਡਾਕਟਰ ਹਰਵਿੰਦਰ ਤੁਹਾਡੇ ਤੋਂ ਇਹ ਵੀ ਜਾਣਾਂਗੇ ਕਿ ਥਾਇਰਾਇਡ ਦੀ ਗੱਲ ਚੱਲ ਰਹੀ ਹੈ ਤੇ ਖਾਣ ਪੀਣੇ ਦੇ ਵਿੱਚ ਕਿਸ ਤਰ੍ਹਾਂ ਦਾ ਸਾਨੂੰ ਰੱਖਣਾ ਚਾਹੀਦਾ? ਹਾਂਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜਾ ਫਾਸਟ ਫੂਡ ਹੈ ਉਹ ਅਵੋਇਡ ਕਰਨਾ ਚਾਹੀਦਾ ਹੈ। ਬੰਦ ਕਰਨ ਦੀ ਲੋੜ ਨਹੀਂ ਹੈ, ਤੁਸੀਂ ਹਫ਼ਤੇ ਜਾਂ 10 ਦਿਨ ਵਿੱਚ ਇੱਕ ਵਾਰ ਜ਼ਰੂਰ ਤੁਹਾਡਾ ਮਨਪਸੰਦ ਫਾਸਟ ਫੂਡ ਖਾ ਸਕਦੇ ਹੋ। ਜਿੰਨਾ ਵੀ ਪੈਕੇਟ ਫੂਡ ਆਂਦਾ ਹੈ, ਪੈਕੇਟਸ ਵਿੱਚ ਬੰਦ ਆਂਦਾ ਹੈ, ਚਿਪਸ, ਕੁਰਕੁਰੇ, ਬਿਸਕਿਟਸ, ਇਹ ਵੀ ਸਾਨੂੰ ਅਵੋਇਡ ਕਰਨਾ ਚਾਹੀਦਾ ਹੈ। ਮਿੱਠਾ ਘੱਟ ਤੋਂ ਘੱਟ ਲੈਣਾ ਚਾਹੀਦਾ ਹੈ ਔਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ ਅਸੀਂ ਕਿਹੜਾ ਅਨਾਜ ਖਾ ਰਹੇ ਹਾਂ। ਅਨਾਜ ਜਿਹੜਾ ਹੈ ਉਹ ਅਗਰ ਮਲਟੀਗ੍ਰੇਨ ਆਟਾ ਦੀ ਵਰਤੋਂ ਅਸੀਂ ਕਰਦੇ ਆ ਤਾਂ ਬਹੁਤ ਜਲਦੀ ਤੁਹਾਨੂੰ ਥਾਇਰਾਇਡ ਦੀ ਪ੍ਰੋਬਲਮ ਵਿੱਚ ਫਾਇਦਾ ਹੋਏਗਾ। ਮੋਸਟਲੀ ਮੇਰੇ ਕੋਲ ਜਿਹੜੇ ਪੇਸ਼ੈਂਟਸ ਆਉਂਦੇ ਨੇ ਜਾਂ ਯੋਗਾ ਦੇ ਕਲਾਇੰਟਸ ਆਉਂਦੇ ਨੇ ਉਹ ਥਾਇਰਾਇਡ ਗਲੈਂਡ ਦੇ ਕਰਕੇ ਉਹਨਾਂ ਦਾ ਮੋਟਾਪਾ ਜਿਹੜਾ ਘੱਟ ਨਹੀਂ ਹੁੰਦਾ। ਬਹੁਤ ਸਾਰੀ ਐਕਸਰਸਾਈਜ਼ਸ, ਜਿਮ ਜੁਆਇਨ ਕਰ ਲਿਆ, ਡਾਈਟਿੰਗ ਵੀ ਕਰ ਲਈ, ਲੇਕਿਨ ਜਿਹੜੇ ਥਾਇਰਾਇਡ ਦੀ ਮੈਡੀਸਿਨ ਖਾ ਰਹੇ ਨੇ ਜਾਂ ਜਿਨ੍ਹਾਂ ਨੂੰ ਥਾਇਰਾਇਡ ਦੀ ਪ੍ਰੋਬਲਮ ਹੈ ਉਹਨਾਂ ਨੂੰ ਵਜ਼ਨ ਘਟਾਉਣ ਵਿੱਚ ਬੜੀ ਮਿਹਨਤ ਕਰਨੀ ਪੈਂਦੀ ਹੈ। ਸੋ ਯੋਗਾ ਵਿੱਚ ਅਸੀਂ ਅਗਰ ਰੈਗੂਲਰ ਯੋਗਾ ਦੀ ਕੁਝ ਸਾਵਾਂ ਦੀ ਐਕਸਰਸਾਈਜ਼ਸ ਕਰਦੇ ਆ, ਇਹ ਪੋਸਚਰ ਜਿਸ ਤਰ੍ਹਾਂ ਮੈਂ ਤੁਹਾਨੂੰ 3 ਮੇਨ ਪੋਸਚਰ ਦੱਸੇ, ਅਗਰ ਤੁਸੀਂ ਉਹ ਜਿਮ ਵੀ ਤੁਸੀਂ ਕਰ ਸਕਦੇ ਹੋ। ਜਿਮ ਦੇ ਨਾਲ ਅਗਰ
ਅਗਰ ਤੁਸੀਂ ਇਹ ਪੋਸਚਰ ਵੀ ਕਰਦੇ ਹੋ ਤਾਂ ਤੁਹਾਨੂੰ ਕਾਫੀ ਹੱਦ ਤੱਕ ਮੋਟਾਪਾ ਘਟਾਉਣ 'ਚ ਹੈਲਪ ਕਰੇਗੀ। ਜਿਸ ਮਲਟੀਗ੍ਰੇਨ ਆਟੇ ਦੀ ਮੈਂ ਗੱਲ ਕਰ ਰਹੀ ਹਾਂ ਉਹਦੇ ਵਿੱਚ ਕਣਕ ਥੋੜੀ ਘੱਟ ਹੁੰਦੀ ਹੈ, ਬਾਕੀ ਉਹਦੇ ਵਿੱਚ ਬਾਜਰਾ, ਜੌਂ, ਰਾਗੀ ਐਦਾਂ ਦੇ ਬਾਕੀ ਆਟੇ ਮਿਕਸ ਕੀਤੇ ਜਾਂਦੇ। ਥੋੜਾ ਜਿਹਾ ਇਹਦੇ ਵਿੱਚ ਜਿਹੜਾ ਛਾਨ ਬੂਰਾ ਜਿਸ ਨੂੰ ਕਹਿੰਦੇ ਆ, ਫਾਈਬਰ ਜਿਹਨੂੰ ਕਹਿੰਦੇ ਆ, ਉਹ ਵੀ ਥੋੜਾ ਐਡ ਕੀਤਾ ਹੁੰਦਾ ਹੈ। ਸੋ ਇਸ ਆਟੇ ਦੀ ਵਰਤੋਂ ਕਰਨ ਨਾਲ ਸਾਡਾ ਜਿਹੜਾ weight ਹੈ ਬਹੁਤ ਜਲਦੀ ਘੱਟ ਹੁੰਦਾ ਹੈ, ਭਾਵੇਂ ਉਹ ਥਾਇਰਾਇਡ ਕਰਕੇ ਵਧਿਆ ਹੋਵੇ, ਭਾਵੇਂ ਉਹ ਕਿਸੇ ਵੀ ਹੋਰ ਰੀਜ਼ਨ ਕਰਕੇ ਵਧਿਆ ਹੋਵੇ। ਸੋ ਇਸ ਆਟੇ ਦੀ ਰੋਟੀ ਦੀ ਖਾਸੀਅਤ ਇਹ ਹੈ ਕਿ ਤੁਸੀਂ ਚਾਹ ਕੇ ਵੀ ਇਹਦੀਆਂ ਜ਼ਿਆਦਾ ਰੋਟੀਆਂ ਨਹੀਂ ਖਾ ਸਕਦੇ। ਬਹੁਤ ਜਲਦੀ ਤੁਹਾਡਾ ਪੇਟ ਭਰ ਜਾਂਦਾ ਹੈ ਔਰ ਇਹ ਬਿਲ ਬਹੁਤ ਹੀ ਘੱਟ ਇਹਦੇ ਵਿੱਚ ਫੈਟ ਹੁੰਦਾ ਹੈ। ਖਾਸ ਕਰਕੇ ਜਿਨ੍ਹਾਂ ਨੂੰ ਕਬਜ਼ ਦੀ ਪ੍ਰੋਬਲਮ, ਜਿਨ੍ਹਾਂ ਨੂੰ ਕਨਸਟੀਪੇਸ਼ਨ ਰਹਿੰਦੀ ਹੋਵੇ ਉਹਨਾਂ ਨੂੰ, ਜਾਂ ਸ਼ੂਗਰ ਜਿਹਨੂੰ ਰਹਿੰਦੀ ਹੋਵੇ ਉਹਨਾਂ ਨੂੰ ਵੀ ਇਸ ਆਟੇ ਦੀ ਜ਼ਰੂਰ ਵਰਤੋਂ ਕਰਨੀ ਚਾਹੀਦੀ ਹੈ। ਜੀ, ਥਾਇਰਾਇਡ ਬਾਰੇ ਅਸੀਂ ਡਾਕਟਰ ਅਰਵਿੰਦਰ ਕੌਰ ਤੋਂ ਜਾਣਕਾਰੀ ਲੈ ਰਹੇ ਹਾਂ ਤੇ ਇਹ ਵੀ ਜ਼ਰੂਰ ਪੁੱਛਾਂਗੇ ਕਿ ਦਰਸ਼ਕ ਇਹ ਵੀ ਜਾਣਨਾ ਚਾਹਣਗੇ ਕਿ ਸਿੰਪਟਮ ਕੀ ਨੇ, ਕਿੱਦਾਂ ਪਤਾ ਲੱਗੇਗਾ ਕਿ ਸਾਨੂੰ ਜਿਹੜੀ ਹੈ ਉਹ ਥਾਇਰਾਇਡ ਦੀ ਪ੍ਰੋਬਲਮ ਆ ਰਹੀ ਹੈ? ਜੀ, ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਇਹ ਲੱਗੇ ਕਿ ਮੈਂ ਜ਼ਿਆਦਾ ਖਾਣਾ ਨਹੀਂ ਖਾ ਰਹੀ ਜਾਂ ਖਾ ਰਿਹਾ ਲੇਕਿਨ ਮੇਰਾ ਭਾਰ ਹਰ 10 ਦਿਨਾਂ ਬਾਅਦ ਵਧਣਾ ਸ਼ੁਰੂ ਹੋ ਗਿਆ ਹੈ, ਤੁਸੀਂ ਤੁਹਾਡੇ ਕੱਪੜੇ ਟਾਈਟ ਹੋਣੇ ਸ਼ੁਰੂ ਹੋ ਗਏ ਹੈ ਪਰ ਬੜੀ ਜਲਦੀ ਇੱਕ ਤਾਂ ਇਨਸਾਨ ਹੈ ਕਿ ਬਹੁਤ ਖਾਣਾ ਖਾਂਦਾ ਹੈ, ਉਹਦਾ ਭਾਰ ਨੈਚੁਰਲ ਹੈ, ਲੇਕਿਨ ਕਈ ਲੋਕ ਇਸ ਤਰ੍ਹਾਂ ਹੁੰਦੇ ਨੇ ਕਿ ਮੈਂ ਐਕਸਰਸਾਈਜ਼ ਵੀ ਕਰ ਰਹੀ ਹਾਂ, ਮੈਂ ਆਪਣਾ ਡਾਈਟ ਦਾ ਵੀ ਧਿਆਨ ਰੱਖ ਰਹੀ ਹਾਂ, ਫਿਰ ਵੀ ਮੇਰਾ ਭਾਰ ਵੱਧ ਰਿਹਾ ਹੈ, ਤਾਂ ਤੁਹਾਨੂੰ ਥਾਇਰਾਇਡ ਟੈਸਟ ਕਰਾਉਣਾ ਚਾਹੀਦਾ। ਨੰਬਰ 2 ਤੇ ਜਿਹੜੀਆਂ ਯੰਗ ਗਰਲਸ ਨੇ ਜਾਂ ਜਿਹੜੀਆਂ ਮਿਡਲ ਏਜ ਲੇਡੀਜ਼ ਨੇ, ਅਗਰ ਉਹਨਾਂ ਨੂੰ ਪੀਰੀਅਡਸ ਬੰਦ ਹੋ ਗਏ ਜਾਂ ਵਿੱਚ ਸਕਿਪ ਹੋਣੇ ਸ਼ੁਰੂ ਹੋ ਗਏ ਜਾਂ ਪੀਰੀਅਡਸ ਕਾਫੀ ਘਟ ਗਏ ਤਾਂ ਵੀ ਉਹਨਾਂ ਨੂੰ ਥਾਇਰਾਇਡ ਟੈਸਟ ਕਰਾਉਣ ਦੀ ਲੋੜ ਹੈ। ਜਾਂ ਕੁਝ ਸਾਡੀਆਂ ਲੇਡੀਜ਼ ਜਿਹੜੀਆਂ ਕੰਸੀਵ ਨਹੀਂ ਕਰ ਪਾ ਰਹੀਆਂ ਹਨਾ, ਉਹਨਾਂ ਨੂੰ ਬੱਚਾ ਕੰਸੀਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਉਹਨਾਂ ਨੂੰ ਥਾਇਰਾਇਡ ਦੀ ਅੱਜਕੱਲ ਇਨਫਰਟੀਲਿਟੀ ਦਾ ਜਿਹੜਾ ਟ੍ਰੀਟਮੈਂਟ ਹੁੰਦਾ ਉਹਦੇ 'ਚ ਵੀ ਥਾਇਰਾਇਡ ਦਾ ਟੈਸਟ ਜ਼ਰੂਰ ਕੀਤਾ ਜਾਂਦਾ। ਉਸ ਤੋਂ ਬਾਅਦ ਤੁਹਾਡਾ એનર્ਜੀ ਲੈਵਲ ਅਗਰ ਬਹੁਤ ਘਟ ਗਿਆ, ਤੁਹਾਨੂੰ ਹਰ ਟਾਈਮ ਤੁਹਾਡਾ ਸਰੀਰ ਥੱਕਿਆ ਰਹਿੰਦਾ ਹੈ, ਤੁਹਾਨੂੰ ਹਰ ਟਾਈਮ ਸਰੀਰ 'ਚ ਦਰਦਾਂ ਰਹਿੰਦੀਆਂ ਨੇ, ਬਹੁਤ ਜ਼ਿਆਦਾ ਤੁਹਾਡਾ એનર્ਜੀ ਲੈਵਲ ਡੇ ਬਾਏ ਡੇ ਲੋ ਹੁੰਦਾ ਜਾ ਰਿਹਾ ਹੈ, ਤਾਂ ਤੁਸੀਂ ਥਾਇਰਾਇਡ ਜ਼ਰੂਰ ਟੈਸਟ ਕਰਾ ਸਕਦੇ ਹੋ। ਹੋਰ ਇੰਪੋਰਟੈਂਟ, ਅਗਰ ਤੁਹਾਡੀ ਸਕਿਨ ਦੀਆਂ ਪ੍ਰੋਬਲਮਸ ਠੀਕ ਨਹੀਂ ਹੋ ਰਹੀਆਂ, ਤੁਹਾਡਾ ਬਾਲ ਝੜਦੇ ਨੇ ਬਹੁਤ ਜ਼ਿਆਦਾ, ਤੁਹਾਡੀ ਡੈਂਡਰਫ ਹੈ, ਬਹੁਤ ਜ਼ਿਆਦਾ ਸਕਿਨ ਡਰਾਈ ਹੈ, ਤਾਂ ਵੀ ਤੁਹਾਨੂੰ ਥਾਇਰਾਇਡ ਟੈਸਟ ਕਰਾਉਣਾ ਚਾਹੀਦਾ ਹੈ ਕਿ ਤੁਹਾਡੀ ਡਰਾਈਨੈਸ, ਡੈਂਡਰਫ ਜਾਂ ਬਾਲਾਂ ਦਾ ਝੜਨਾ ਕਿਧਰੇ ਥਾਇਰਾਇਡ ਕਰਕੇ ਤਾਂ ਨਹੀਂ ਹੈ। ਉਸ ਤੋਂ ਬਾਅਦ ਆਂਦਾ ਹੈ ਤੁਹਾਡਾ ਮਨ ਬਹੁਤ ਉਦਾਸ ਰਹਿੰਦਾ ਹੈ, ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਡਿਪਰੈਸ਼ਨ ਦਾ ਸ਼ਿਕਾਰ ਹੋਣ ਵਾਲੀ ਹਾਂ, ਤਦ ਵੀ ਤੁਹਾਨੂੰ ਐਕਚੁਅਲੀ ਜਦੋਂ ਇਨਸਾਨ ਤਣਾਅ ਵਿੱਚ ਹੁੰਦਾ ਹੈ ਥਾਇਰਾਇਡ ਗਲੈਂਡ ਤੇ ਅਸਰ ਪੈਂਦਾ ਹੀ ਹੈ। ਸੋ ਔਰ ਬੱਚੇ ਖਾਸ ਕਰਕੇ ਜਿਹੜੀ ਗਰੋਇੰਗ ਏਜ ਹੁੰਦੀ ਹੈ, ਅਗਰ ਤੁਹਾਨੂੰ ਲੱਗੇ ਕਿ ਤੁਹਾਡੇ ਬੱਚੇ ਦੀ ਹਾਈਟ ਵੱਧ ਨਹੀਂ ਰਹੀ, ਸਡਨਲੀ ਰੁਕ ਗਈ ਹੈ, ਤਾਂ ਬਾਕੀ ਬੱਚਿਆਂ ਦੇ ਕੰਪੈਰੀਜ਼ਨ 'ਚ ਉਹਦੀ ਹਾਈਟ ਕਾਫੀ ਘੱਟ ਹੈ, ਤਾਂ ਸਾਨੂੰ ਬੱਚਿਆਂ ਦਾ ਵੀ ਥਾਇਰਾਇਡ ਟੈਸਟ ਕਰਾਉਣ ਤੋਂ ਸੰਕੋਚਣਾ ਨਹੀਂ ਚਾਹੀਦਾ, ਕਿਉਂਕਿ ਅੱਜ ਕੱਲ੍ਹ ਇਹ ਬੱਚਿਆਂ 'ਚ ਵੀ ਬਹੁਤ ਕਾਮਨ ਹੈ। ਇੱਕ ਮੈਂ ਛੋਟਾ ਜਿਹਾ ਮੇਗਾ ਜੀ ਇੱਕ ਮਸਾਜ ਦੱਸਾਂਗੀ। ਅਸੀਂ ਆਪਣੀ ਫਿੰਗਰਸ ਦੇ ਉੱਤੇ ਬਦਾਮ ਰੋਗਨ ਜਾਂ ਕੋਈ ਵੀ ਤੇਲ ਲੈ ਕੇ ਅਸੀਂ ਆਪਣੇ ਗਲੇ ਤੇ ਜਿੱਥੇ ਸਾਡੇ ਥਾਇਰਾਇਡ ਗਲੈਂਡ ਦੇ 2 ਲੋਬਸ ਹੁੰਦੇ ਨੇ, 2 ਇਸ ਤਰ੍ਹਾਂ ਲੋਬਸ ਹੁੰਦੇ ਨੇ, ਇਸ ਜਗ੍ਹਾ ਤੇ ਅਸੀਂ ਪਲਸ ਨੂੰ ਫੀਲ ਕਰਾਂਗੇ ਔਰ ਪਲਸ ਦੇ ਉੱਤੇ ਜਿੱਥੇ ਤੁਹਾਨੂੰ ਪਲਸ ਫੀਲ ਹੋ ਰਹੀ ਹੈ ਐਗਜ਼ੈਕਟ ਸੈਂਟਰ ਵਿੱਚ ਸਾਈਡਸ ਤੇ ਸਾਡੇ ਲੋਬਸ ਹੁੰਦੇ ਨੇ, ਅਸੀਂ ਕੋਈ ਵੀ ਆਇਲ ਲੈ ਕੇ ਆਪਣੀ ਇੰਡੈਕਸ ਫਿੰਗਰ ਦੀ ਟਿਪ ਨਾਲ ਅਸੀਂ ਕਲੌਕਵਾਈਜ਼ ਕਮ ਸੇ ਕਮ 2 ਤੋਂ 5 ਮਿੰਟ ਤੱਕ ਹੌਲੀ ਮਸਾਜ ਕਰਾਂਗੇ ਜੀ। 5 ਮਿੰਟ ਕਲੌਕਵਾਈਜ਼ ਕਰਨ ਤੋਂ ਬਾਅਦ 5 ਮਿੰਟ ਅਸੀਂ ਐਂਟੀ ਕਲੌਕਵਾਈਜ਼ ਕਰਾਂਗੇ। ਜਿਹੜੇ ਕੋਈ ਬਜ਼ੁਰਗ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੈ ਤਾਂ ਉਹਨਾਂ ਨੂੰ ਪਤਾ ਹੋਏਗਾ ਕਿ ਪੁਰਾਣੇ ਜ਼ਮਾਨੇ ਵਿੱਚ ਕਿਸੇ ਦਾ ਵੀ ਗਲੇ ਨਾਲ ਸੰਬੰਧਿਤ ਕੋਈ ਬਿਮਾਰੀ ਹੁੰਦੀ ਸੀ ਤੇ ਲੋਕ ਗਲੇ ਦੀ ਮਸਾਜ ਕਰਕੇ ਹੀ ਠੀਕ ਕਰ ਦਿੰਦੇ ਸੀ, ਹਾਲਾਂਕਿ ਉਹਨਾਂ ਨੂੰ ਇਹਦੇ ਪਿੱਛੇ ਸਾਇੰਸ ਨਹੀਂ ਸੀ ਪਤਾ, ਬਟ ਕਾਫੀ ਹੱਦ ਤੱਕ ਜਿਹੜੀਆਂ ਮਸਾਜ ਥੈਰੇਪੀਜ਼ ਹੁੰਦੀਆਂ ਨੇ ਉਹ ਵੀ ਸਾਡੀਆਂ ਬਿਮਾਰੀਆਂ ਨੂੰ ਟ੍ਰੀਟ ਕਰਨ ਵਿੱਚ ਹੈਲਪ ਕਰਦੇ ਨੇ। ਸੋ ਇੱਕ ਬੜਾ ਸੌਖਾ ਜਿਹਾ ਤਰੀਕਾ ਹੈ ਕਿ ਤੁਸੀਂ ਆਪਣੇ ਥਾਇਰਾਇਡ ਗਲੈਂਡ ਦੀ ਡੇਲੀ ਰਾਤ ਨੂੰ ਸੌਣ ਤੋਂ ਪਹਿਲਾਂ ਮਸਾਜ ਕਰੋ। ਅਗਰ ਕਿਸੇ ਨੂੰ ਥਾਇਰਾਇਡ ਨਹੀਂ ਵੀ ਹੈ ਫਿਰ ਵੀ ਅਗਰ ਥਾਇਰਾਇਡ ਗਲੈਂਡ, ਜਿਸ ਤਰ੍ਹਾਂ ਮੈਂ ਸ਼ੁਰੂ ਵਿੱਚ ਦੱਸਿਆ ਕਿ ਥਾਇਰਾਇਡ ਗਲੈਂਡ ਦੇ ਇੰਨੇ ਜ਼ਿਆਦਾ ਰੋਲ ਨੇ, ਤਾਂ ਥਾਇਰਾਇਡ ਗਲੈਂਡ ਸਾਡਾ ਹੈਲਦੀ ਰਹਿਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਥਾਇਰਾਇਡ ਬਾਰੇ ਤੁਸੀਂ ਸਾਨੂੰ ਲਗਾਤਾਰ ਦੱਸ ਰਹੇ ਹੋ, ਇਸ ਤਰ੍ਹਾਂ ਵੀ ਹੈ ਕਿ ਇੱਕ ਹਾਈਪੋਥਾਇਰਾਇਡ ਹੈ ਨਾ, ਇੱਕ ਹਾਈਪਰ ਥਾਇਰਾਇਡ ਹੈ, ਇਹਦੇ ਵਿੱਚ ਕੀ ਫਰਕ ਹੈ? ਜੀ,
ਹਾਈਪੋ ਦਾ ਮਤਲਬ ਹੁੰਦਾ ਹੈ ਕਿਸੇ ਵੀ ਚੀਜ਼ ਦਾ ਘਟ ਜਾਣਾ, ਹਾਈਪਰ ਦਾ ਮਤਲਬ ਹੈ ਕਿਸੇ ਚੀਜ਼ ਦਾ ਵੱਧ ਜਾਣਾ। ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹਦੇ 3 ਹਾਰਮੋਨਸ ਨੇ T3 T4 TSH ਮਤਲਬ ਥਾਇਰਾਇਡ ਸਟੀਮੂਲੇਟਿੰਗ ਹਾਰਮੋਨ, ਜਿਹੜਾ ਥਾਇਰਾਇਡ ਨੂੰ ਸਟੀਮੂਲੇਟ ਕਰਦਾ ਹੈ। ਸੋ ਇਹਨਾਂ ਤਿੰਨਾਂ ਹਾਰਮੋਨਸ ਦੀ ਅਗਰ ਬਾਡੀ ਵਿੱਚ ਕਮੀ ਹੋ ਜਾਂਦੀ ਹੈ ਤਾਂ ਅਸੀਂ ਉਹਨੂੰ ਹਾਈਪੋ ਕਹਿ ਦਿੰਦੇ ਆ। ਜੇ ਇਹ ਵੱਧ ਜਾਂਦੇ ਨੇ, ਇਹਨਾਂ ਚੋਂ ਕੋਈ ਇੱਕ ਵੀ ਵੱਧ ਸਕਦਾ ਹੈ, ਕਈ ਵਾਰ ਇੱਕ ਹਾਰਮੋਨ ਵੱਧ ਜਾਂਦਾ ਹੈ, ਇੱਕ ਹਾਰਮੋਨ ਘਟ ਜਾਂਦਾ ਹੈ। ਸੋ ਇਹ ਟੈਸਟ ਕਰਾਉਣ ਤੇ ਸਾਨੂੰ ਪਤਾ ਚੱਲਦਾ ਹੈ। ਔਰ ਅਗਰ ਕਿਸੇ ਨੂੰ ਵੀ ਥਾਇਰਾਇਡ ਹੋਵੇ, ਡਾਕਟਰ ਨੇ ਤੁਹਾਨੂੰ ਬੋਲਿਆ ਹੈ ਕਿ ਗੋਲੀ ਤੁਹਾਡੀ ਸਾਰੀ ਉਮਰ ਚੱਲੇਗੀ, ਲੇਕਿਨ ਤੁਸੀਂ ਕੋਸ਼ਿਸ਼ ਅਗਰ ਕਰੋ ਤਾਂ ਤੁਸੀਂ ਇਹ ਟੈਬਲੇਟ ਬੰਦ ਕਰ ਸਕਦੇ ਹੋ। ਮੇਰੇ ਕੋਲ ਇੰਨੀਆਂ ਕੁ ਲੇਡੀਜ਼ ਆਉਂਦੀਆਂ ਨੇ ਜਿਹੜੀਆਂ 20 to 30 ਏਜ ਗਰੁੱਪਸ ਦੇ ਵਿੱਚ ਹੈਗੀਆਂ, ਉਹਨਾਂ ਨੂੰ ਤਾਂ 3 ਮੰਥਸ ਦੇ ਅੰਦਰ ਅੰਦਰ ਉਹ ਆਪਣੀ ਥਾਇਰਾਇਡ ਦੀ ਮੈਡੀਸਿਨ ਛੋੜ ਸਕਦੀਆਂ ਨੇ। ਥੋੜੀ ਜਿਹੀ ਤੁਹਾਨੂੰ ਐਫਰਟਸ ਕਰਨਾ ਪਏਗਾ, ਥੋੜਾ ਤੁਹਾਡਾ ਵਿਲ ਪਾਵਰ ਸਟਰੋਂਗ ਹੋਣਾ ਚਾਹੀਦਾ ਹੈ। ਔਰ ਜਦੋਂ ਤੁਸੀਂ ਥਾਇਰਾਇਡ ਦੀ ਟੈਬਲੇਟ ਨੂੰ ਛੋੜਨ ਦੇ ਪ੍ਰੋਸੈਸ ਵਿੱਚ ਹੋ ਤਾਂ ਤੁਸੀਂ ਥਾਇਰਾਇਡ ਦੀ ਟੈਸਟ ਜ਼ਰੂਰ ਕਰਾਉਣਾ ਹੈ। ਇਹਦਾ ਜਿਹੜਾ ਬੈਸਟ ਟਾਈਮ ਹੁੰਦਾ ਹੈ ਥਾਇਰਾਇਡ ਦਾ ਟੈਸਟ ਕਰਾਉਣ ਦਾ, ਉਹ ਸਵੇਰੇ ਖਾਲੀ ਪੇਟ ਹੁੰਦਾ ਹੈ। ਸੋ ਖਾਲੀ ਪੇਟ ਅਗਰ ਤੁਸੀਂ ਥਾਇਰਾਇਡ ਟੈਸਟ ਵਿੱਚ ਕਰਾਉਂਦੇ ਰਹਿੰਦੇ ਹੋ, ਕਈ ਮੇਰੇ ਕੋਲ ਪੇਸ਼ੈਂਟਸ ਆਉਂਦੇ ਆ ਮੇਗਾ ਜੀ ਜਿਨ੍ਹਾਂ ਨੇ ਕਈ ਸਾਲਾਂ ਤੋਂ ਗੋਲੀ ਖਾ ਰਹੇ ਨੇ, ਔਰ ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਹੈ ਤੁਸੀਂ ਇਹ ਕਦੋਂ ਤੋਂ ਖਾ ਰਹੇ ਹੋ, ਕਹਿੰਦੀ ਛੋਟੀ ਜਿਹੀ ਤਾਂ ਗੋਲੀ ਹੈ, ਡਾਕਟਰ ਨੇ ਕਿਹਾ ਸੀ ਸਾਰੀ ਉਮਰ ਖਾਣੀ ਪਏਗੀ। ਅੱਛਾ, ਹਾਂ, ਬਟ ਨਹੀਂ, ਮਤਲਬ ਮੈਂ ਤੁਹਾਨੂੰ 100% ਕਹਿ ਸਕਦੀ ਹਾਂ, ਅਗਰ ਪੇਸ਼ੈਂਟ ਚਾਹੇ ਤਾਂ ਆਪਣੀ ਵਿਲ ਪਾਵਰ ਨਾਲ, ਥੋੜੀ ਜਿਹੀ ਮਿਹਨਤ ਦੇ ਨਾਲ ਕੋਈ ਵੀ ਗੋਲੀ ਨੂੰ ਬੰਦ ਕਰ ਸਕਦਾ ਹੈ। ਉਹਨੂੰ ਡਾਈਟ ਦਾ ਧਿਆਨ ਰੱਖਣਾ ਪਏਗਾ, ਉਹਨੂੰ ਐਕਸਰਸਾਈਜ਼ਸ ਕਰਨੀਆਂ ਪੈਣਗੀਆਂ, ਥੋੜਾ ਜਿਹਾ ਆਪਣਾ ਲਾਈਫ ਸਟਾਈਲ, ਆਪਣੀ ਜੀਵਨ ਸ਼ੈਲੀ ਥੋੜੀ ਜਿਹੀ ਬਦਲਣੀ ਪਏਗੀ। ਔਰ ਕੋਈ ਵੀ ਬਿਮਾਰੀ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਜ਼ਰੂਰ ਠੀਕ ਕਰ ਸਕਦੇ ਹਾਂ ਜੀ। ਜਿਸ ਤਰ੍ਹਾਂ ਅਸੀਂ ਹਾਈਪੋਥਾਇਰਾਇਡ ਤੇ ਹਾਈਪਰਥਾਇਰਾਇਡ ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਕੀ ਇਹਨਾਂ ਦੇ ਜਿਹੜੇ ਸਿੰਪਟਮਸ ਹੈ ਨਾ, ਕੀ ਉਹ ਮਿਲਦੇ ਜੁਲਦੇ ਹੀ ਨੇ? ਅਸੀਂ ਡਿਫਰੈਂਸ ਕਿੱਦਾਂ ਕਰ ਪਾਵਾਂਗੇ ਇਹਦੇ ਵਿੱਚ? ਡਿਫਰੈਂਸ ਮਤਲਬ ਇਹ ਵੇਰੀ ਕਰਦੇ ਰਹਿੰਦੇ ਨੇ। ਕਈ ਵਾਰ ਭਾਰ ਪੇਸ਼ੈਂਟ ਦਾ ਘਟਣਾ ਸ਼ੁਰੂ ਹੋ ਜਾਂਦਾ ਹੈ, तो ਜ਼ਰੂਰਤ ਤੋਂ ਜ਼ਿਆਦਾ ਜਦੋਂ ਭਾਰ ਘਟਦਾ ਹੈ ਉਦੋਂ ਵੀ ਆਪਾਂ ਥਾਇਰਾਇਡ ਟੈਸਟ ਕਰਾਉਂਦੇ ਆ। ਸੋ ਇਹ ਜ਼ਿਆਦਾ ਸਾਨੂੰ ਟੈਸਟ ਕਰਾਉਣ ਤੋਂ ਹੀ ਪਤਾ ਚੱਲਦਾ ਹੈ। ਜ਼ਿਆਦਾਤਰ ਲੋਕਾਂ ਨੂੰ ਹਾਈਪਰਥਾਇਰਾਇਡਿਜ਼ਮ, ਜ਼ਿਆਦਾ ਜਿਹੜੇ ਪੇਸ਼ੈਂਟਸ ਨੇ ਅੱਜ ਦੀ ਡੇਟ ਵਿੱਚ ਜਿਹੜੇ ਹੁੰਦੇ ਨੇ ਉਹ ਹਾਈਪਰ ਦੇ ਹੀ ਰਹਿੰਦੇ ਨੇ, ਉਹਦੇ ਵਿੱਚ ਮੋਸਟਲੀ ਭਾਰ ਵੱਧਦਾ ਹੈ। ਸੋ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ, ਰੈਗੂਲਰ ਅਗਰ ਅਸੀਂ ਟੈਸਟ ਕਰਾਉਂਦੇ ਰਹਿੰਦੇ ਹਾਂ ਤੇ ਤਾਂ ਹੀ ਡਾਕਟਰ ਇਹ ਹਾਰਮੋਨਸ ਦੀ ਡੋਜ਼ ਸੈੱਟ ਕਰਦੇ ਨੇ। ਕਈ ਪੇਸ਼ੈਂਟਸ ਕੀ ਕਰਦੇ ਨੇ, ਆਪੇ ਹੀ ਟੈਸਟ ਕਰਵਾਇਆ, ਆਪੇ ਹੀ ਕੋਈ ਆਸ ਪੜੋਸ ਵਾਲਾ 100 ਪਾਵਰ ਦੀ ਦਵਾਈ ਖਾ ਰਿਹਾ, ਉਹ ਵੀ 100 ਪਾਵਰ ਦੀ ਦਵਾਈ ਖਾਣਾ ਸਟਾਰਟ ਕਰ ਦਿੰਦੇ ਨੇ। ਹਾਂ, ਔਰ ਅਸੀਂ ਕੋਈ ਵੀ ਮੈਡੀਸਿਨ ਜਦੋਂ ਵੀ ਖਾਣੀ ਹੈ ਬੜਾ ਸੋਚ ਸਮਝ ਕੇ ਖਾਣੀ ਹੈ। ਦੇਖੋ, ਤੁਸੀਂ ਆਰਟੀਫਿਸ਼ੀਅਲ ਹਾਰਮੋਨ ਖਾ ਰਹੇ ਹੋ ਡੇਲੀ, ਤੁਸੀਂ ਨੈਚੁਰਲ ਕੋਈ ਚੀਜ਼ ਨਹੀਂ ਖਾ ਰਹੇ, ਤੁਸੀਂ ਕੋਈ ਐਦਾਂ ਦੀ ਚੀਜ਼ ਨਹੀਂ ਕਿ ਦੁੱਧ ਪੀ ਰਹੇ ਹੋ, ਇਹ ਨੈਚੁਰਲ ਨਹੀਂ ਹੈ, ਇਟਸ ਅ ਹਾਰਮੋਨ। ਜਦੋਂ ਤੁਸੀਂ ਲੈਣਾ ਹੈ ਕਿ ਤੁਹਾਡੀ ਬਾਡੀ ਦਾ ਹਾਰਮੋਨ ਲੈਵਲ ਤੇ ਉਹ ਜਿਹੜਾ ਤੁਸੀਂ ਆਰਟੀਫਿਸ਼ੀਅਲ ਲੈ ਰਹੇ ਹੋ ਉਹ ਆਪਸ 'ਚ ਐਡਜਸਟ ਹੋਣਗੇ। ਹਮੇਸ਼ਾ ਡਾਕਟਰ ਦੀ ਸੁਪਰਵਿਜ਼ਨ ਅੰਡਰ ਹੀ, ਚਾਹੇ ਤੁਸੀਂ ਐਲੋਪੈਥਿਕ ਡਾਕਟਰ ਕੋਲ ਜਾ ਰਹੇ ਹੋ, ਬਿਲਕੁਲ ਠੀਕ ਗੱਲ ਹੈ, ਆਲਟਰਨੇਟਿਵ ਸਿਸਟਮ ਵਿੱਚ ਵੀ ਟ੍ਰੀਟਮੈਂਟ ਲੈ ਰਹੇ ਹੋ, ਡਾਕਟਰ ਦੀ ਸਲਾਹ ਤੋਂ ਬਗੈਰ ਤੁਹਾਨੂੰ ਆਪਣੀ ਮੈਡੀਸਿਨ ਨਾ ਵਧਾਣੀ ਚਾਹੀਦੀ ਹੈ, ਨਾ ਘਟਾਣੀ ਚਾਹੀਦੀ ਹੈ। ਜੀ ਬਿਲਕੁਲ ਠੀਕ ਗੱਲ। ਫਿਰ ਨੀਮ ਹਕੀਮ ਖਤਰਾ ਹੈ ਜਾਨ ਹੋ ਜਾਂਦਾ ਹੈ। ਕਈ ਵਾਰੀ ਇਹੀ ਹੁੰਦਾ ਹੈ ਕਿ ਅਸੀਂ ਭੇਡ ਚਾਲ ਦੇ ਵਿੱਚ ਜੀ ਗੁਆਂਢੀ ਇਹ ਖਾ ਰਿਹਾ ਤੇ ਜੇ ਇਸ ਦਵਾਈ ਨਾਲ ਉਹਨੂੰ ਫਰਕ ਪੈ ਗਿਆ ਤੇ ਮੈਨੂੰ ਵੀ ਪੈ ਜਾਏਗਾ, ਕਿਸੇ ਰਿਸ਼ਤੇਦਾਰ ਨੂੰ ਪੈ ਗਿਆ ਤੇ ਮੈਨੂੰ ਵੀ ਪੈ ਜਾਏਗਾ। ਇਸ ਚੱਕਰ ਦੇ ਵਿੱਚ ਅਸੀਂ ਕਈ ਵਾਰੀ ਆਪਣਾ ਨੁਕਸਾਨ ਕਰ ਬੈਠਦੇ ਹਾਂ। ਤੇ ਇਦਾਂ ਹੀ ਹੁੰਦਾ ਹੈ ਯੋਗ ਆਸਨ ਦੇ ਵਿੱਚ, ਹੈ ਨਾ। ਅਸੀਂ ਕੀ ਕਰਦੇ ਹਾਂ ਕਿ ਕਈ ਵਾਰੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, YouTube ਤੋਂ ਹੀ ਦੇਖ ਲੈਂਦੇ ਕਈ ਵਾਰੀ, ਤੇ ਅਸੀਂ ਗਲਤ ਕਰ ਬੈਠਦੇ ਹਾਂ। ਤੇ ਕੀ ਨੁਕਸਾਨ ਹੋ ਸਕਦੇ ਨੇ? ਬਹੁਤ ਨੁਕਸਾਨ ਹੋ ਸਕਦੇ। ਇਸ ਤਰ੍ਹਾਂ ਕਿਹਾ ਜਾਂਦਾ ਹੈ ਯੋਗ ਮਜ਼ਾ ਹੈ, ਸਜ਼ਾ ਨਹੀਂ। ਬਹੁਤ ਸਾਰੇ ਲੋਕ ਕਈ ਗਲਤ YouTube ਵਿੱਚ ਉਹਨਾਂ ਨੇ ਇੱਕ ਜਨਰਲ ਓਪੀਨੀਅਨ ਦੇ ਦੇਣਾ ਹੈ, ਹਾਂ, ਔਰ ਜੋ ਤੁਹਾਡੀ ਏਜ ਹੈ, ਤੁਹਾਡੀ ਪ੍ਰੋਬਲਮ ਹੈ, ਉਹਦੇ ਅਕੋਰਡਿੰਗਲੀ ਉਹ ਨਹੀਂ ਦੱਸ ਪਾਉਂਦੇ। ਸੋ ਆਪਾਂ ਕਈ ਵਾਰ YouTube ਤੋਂ ਦੇਖ ਕੇ ਗਲਤ ਜਦੋਂ ਅਸੀਂ ਯੋਗ ਕਰਦੇ ਆ ਤੇ ਸਾਨੂੰ ਫਾਇਦੇ ਦੀ ਬਜਾਏ ਨੁਕਸਾਨ ਹੋ ਜਾਂਦਾ ਹੈ। ਜਿਸ ਤਰ੍ਹਾਂ ਕਿਸੇ ਨੂੰ ਹਾਰਟ ਬੀਟ ਫਾਸਟ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਸੇ ਦੇ ਨੀਜ਼ ਵਿੱਚ ਪੇਨ ਸ਼ੁਰੂ ਹੋ ਜਾਂਦਾ ਹੈ, ਕਿਸੇ ਦੇ ਗਲਤ ਜਾਂ ਜ਼ਰੂਰਤ ਤੋਂ ਜ਼ਿਆਦਾ ਯੋਗਾਸਨ ਜ਼ੋਰ ਦੀ ਜੋਸ਼ ਵਿੱਚ ਸ਼ੁਰੂ ਵਿੱਚ ਜ਼ਿਆਦਾ ਕਰ ਲੈਂਦੇ ਨੇ, ਬੈਕ ਪੇਨ ਸਟਾਰਟ ਹੋ ਜਾਂਦੀ ਹੈ, ਕਈਆਂ ਦਾ ਬਲੱਡ ਪ੍ਰੈਸ਼ਰ ਸਟਾਰਟ ਹੋ ਜਾਂਦਾ, ਹਾਈ BP ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਉਹਦੇ ਨਾਲ ਇੱਕ ਨੁਕਸਾਨ ਇਹ ਹੁੰਦਾ ਹੈ ਕਿ ਇਨਸਾਨ ਦਾ ਦਿਲ ਟੁੱਟ ਜਾਂਦਾ ਹੈ ਕਿ ਮੈਂ ਤਾਂ ਯੋਗ ਫਾਇਦੇ ਲੈਣ ਵਾਸਤੇ ਕਰ ਰਿਹਾ ਸੀ,
ਪਰ ਇਹਦੇ ਵਿੱਚ ਤਾਂ ਨੁਕਸਾਨ ਹੋ ਗਿਆ, ਉਹ ਉਸ ਚੀਜ਼ ਤੋਂ ਹੋਰ ਪਿੱਛੇ ਹੋ ਜਾਂਦਾ ਹੈ। ਔਰ ਜੇ ਤੁਸੀਂ ਯੋਗ ਕਰਨਾ ਹੈ ਤਾਂ ਤੁਸੀਂ ਜ਼ਰੂਰ ਪਹਿਲੇ ਚਾਹੇ ਤਾਂ ਸਿਰਫ 1 ਮਹੀਨਾ ਜਾਂ 2 ਮਹੀਨਾ ਤੁਸੀਂ ਪ੍ਰੋਪਰ ਟੀਚਰ ਦੇ ਕੋਲੋਂ ਯੋਗ ਸਿੱਖੋ, ਤੁਹਾਡੀ ਏਜ ਦੇ ਅਕੋਰਡਿੰਗਲੀ, ਤੁਹਾਡੀ ਪ੍ਰੋਬਲਮ ਦੇ ਅਕੋਰਡਿੰਗਲੀ। ਫਿਰ ਤੁਸੀਂ ਤੁਹਾਨੂੰ ਕਿਸੇ ਟੀਚਰ ਤੋਂ ਸਿੱਖਣ ਦੇ 2 ਫਾਇਦੇ ਹੁੰਦੇ ਆ। ਇੱਕ ਤਾਂ ਤੁਹਾਨੂੰ ਪਤਾ ਚੱਲ ਜਾਂਦਾ ਹੈ ਤੁਹਾਡੀ ਰਿਕੁਆਇਰਮੈਂਟ ਕੀ ਹੈ, ਤੁਹਾਨੂੰ ਕੀ ਕਰਨਾ ਚਾਹੀਦਾ ਹੈ। ਦੂਸਰਾ, ਤੁਹਾਨੂੰ ਟੀਚਰ ਜਦੋਂ ਰੈਗੂਲਰ ਕਲਾਸ ਕਰਾਉਂਦਾ ਹੈ ਤਾਂ ਤੁਹਾਨੂੰ ਉਸ ਚੀਜ਼ ਦੀ ਆਦਤ ਬਣ ਜਾਂਦੀ ਹੈ, ਤੁਹਾਨੂੰ ਐਡਿਕਸ਼ਨ ਹੋ ਜਾਂਦੀ ਹੈ ਕਿ ਮੈਨੂੰ ਪਤਾ ਹੈ ਕਿ ਤੁਸੀਂ ਕਲਾਸ ਲਗਾਉਂਦੇ ਹੋ ਸਵੇਰੇ 7 ਵਜੇ, ਤੇ ਤੁਹਾਡੀ ਆਦਤ ਬਣ ਜਾਂਦੀ ਹੈ ਮੈਂ 7 ਵਜੇ ਕਲਾਸ ਕਰਨੀ ਹੈ। ਸਪੋਜ਼ 2 ਮਹੀਨੇ ਬਾਅਦ ਟੀਚਰ ਨਹੀਂ ਵੀ ਹੈ ਤਾਂ ਤੁਹਾਡੀ ਬਾਡੀ ਨੂੰ ਇੰਨੀ ਕੁ ਉਹਦੀ ਆਦਤ ਪੈ ਜਾਂਦੀ ਹੈ ਕਿ ਤੁਸੀਂ 7 ਵਜੇ ਆਪਣੇ ਆਪ ਹੀ ਕਰਨਾ ਸਟਾਰਟ ਕਰ ਦੋਗੇ। ਜੀ, ਤੇ ਜੇ ਅਸੀਂ ਇਹ ਯੋਗ ਆਸਨ ਕਰਨੇ ਆ ਜਿਹੜੇ ਤੁਸੀਂ ਥਾਇਰਾਇਡ ਲਈ ਵੀ 3 ਯੋਗ ਆਸਨ ਸਾਨੂੰ ਦੱਸੇ ਜਾਂ ਫਿਰ ਮੁਦਰਾ ਸਾਨੂੰ ਦੱਸਿਆ, ਤੇ ਇਹਦੇ ਲਈ ਕਿਹੜਾ ਟਾਈਮ ਜਿਹੜਾ ਹੈ ਉਹ ਠੀਕ ਰਹੇਗਾ? ਕਿ ਸਵੇਰ ਵੇਲੇ ਸਾਨੂੰ ਕਰਨੇ ਚਾਹੀਦੇ? ਹਾਂਜੀ, ਬੈਸਟ ਟਾਈਮ ਤਾਂ ਸਵੇਰ ਦਾ ਹੀ ਹੁੰਦਾ ਹੈ, ਜਦੋਂ ਤੁਹਾਡਾ ਸਵੇਰੇ ਪੇਟ ਖਾਲੀ ਹੋਵੇ। ਤੁਸੀਂ ਬਿਲਕੁਲ ਖਾਲੀ ਪੇਟ ਅਗਰ ਨਹੀਂ ਕਰ ਸਕਦੇ, ਤੁਸੀਂ ਥੋੜਾ ਜਿਹਾ ਡਰਾਈ ਫਰੂਟਸ ਖਾ ਸਕਦੇ ਹੋ ਜਿਹੜਾ ਕਿ ਰਾਤ ਨੂੰ ਭਿਗੋਇਆ ਹੋਇਆ ਹੋਵੇ। ਥੋੜਾ ਜਿਹਾ ਤੁਸੀਂ ਚਾਹੋ ਤਾਂ ਜਿਹੜੇ ਲੋਕ ਚਾਹ ਦੇ ਬਹੁਤ ਸ਼ੌਕੀਨ ਹੈ, ਸਿਰਫ ਅੱਧਾ ਕੱਪ ਚਾਹ ਪੀ ਕੇ ਵੀ ਕਰ ਸਕਦੇ ਆ, ਬਾਕੀ ਹੋਰ ਕੁਝ ਨਹੀਂ ਖਾਣਾ ਪੀਣਾ ਚਾਹੀਦਾ। 1 ਐਪਲ ਖਾ ਕੇ ਕਰ ਸਕਦੇ ਹੋ। एप्पल खाना है तो फिर ड्राई फ्रूट्स नहीं खाना, मतलब एप्पल अगर खाया है तो फिर ड्राई फ्रूट नहीं, अगर ड्राई फ्रूट खाया तो ਐਪਲ ਨਹੀਂ। ਜਿਸ ਤਰ੍ਹਾਂ ਕੋ ਗਰਮੀ ਆਏਗੀ ਤਾਂ ਗਰਮੀ ਦੇ ਮੌਸਮ ਵਿੱਚ ਅਸੀਂ ਥੋੜਾ ਜਿਹਾ ਦਹੀਂ ਖਾਣ ਤੋਂ ਬਾਅਦ ਵੀ ਕਰ ਸਕਦੇ ਹਾਂ। ਸਰਦੀਆਂ ਵਿੱਚ ਸਾਨੂੰ ਸਵੇਰੇ ਦਹੀਂ ਨਹੀਂ ਖਾਣਾ ਚਾਹੀਦਾ। ਕਿਸੇ ਕਾਰਨ ਕਰਕੇ ਤੁਹਾਡੇ ਕੋਲ ਸਵੇਰੇ ਟਾਈਮ ਨਹੀਂ ਹੈ ਤਾਂ ਤੁਸੀਂ ਸ਼ਾਮ ਨੂੰ ਵੀ ਯੋਗ ਅਭਿਆਸ ਕਰ ਸਕਦੇ ਹੋ। ਅਸੀਂ ਇਹਨੂੰ ਬ੍ਰਹਮ ਮੁਹੂਰਤ ਕਹਿੰਦੇ ਆ। ਬ੍ਰਹਮ ਮੁਹੂਰਤ ਸਵੇਰੇ ਵੀ ਹੁੰਦਾ ਹੈ, ਬ੍ਰਹਮ ਮੁਹੂਰਤ ਸ਼ਾਮ ਨੂੰ ਹੁੰਦਾ ਹੈ। ਬ੍ਰਹਮ ਮੁਹੂਰਤ ਯੋਗ ਵਾਸਤੇ ਸਭ ਤੋਂ ਬੈਸਟ ਟਾਈਮ ਮੰਨਿਆ ਜਾਂਦਾ ਹੈ। ਸੋ ਬ੍ਰਹਮ ਮੁਹੂਰਤ ਕਿਹੜਾ ਹੁੰਦਾ ਹੈ? ਜਦੋਂ ਦਿਨ ਨਹੀਂ ਹੁੰਦੀ ਔਰ ਰਾਤ ਨਹੀਂ ਹੁੰਦੀ। ਸੋ ਸਵੇਰੇ ਜਦੋਂ ਸਨਰਾਈਜ਼ ਤੋਂ ਪਹਿਲਾਂ, ਸ਼ਾਮ ਨੂੰ ਸਨਸੈਟ ਤੋਂ ਜਸਟ ਥੋੜਾ ਪਹਿਲੇ ਵਾਲਾ ਜਿਹੜਾ ਟਾਈਮ ਹੁੰਦਾ ਹੈ ਉਹ ਯੋਗ ਅਭਿਆਸ ਵਾਸਤੇ ਬੈਸਟ ਮੰਨਿਆ ਜਾਂਦਾ ਹੈ। ਬਾਕੀ ਅਗਰ ਇਹ ਦੋਨੋਂ ਟਾਈਮ ਹੀ ਤੁਹਾਡੇ ਕੋਲ ਫੁਰਸਤ ਨਹੀਂ ਹੈ ਤਾਂ ਤੁਸੀਂ ਕਦੀ ਵੀ ਕਰ ਸਕਦੇ ਹੋ। ਬਸ ਤੁਹਾਡਾ ਜਿਹੜਾ ਪੇਟ ਹੈ ਉਹ ਥੋੜਾ ਜਿਹਾ ਖਾਲੀ ਹੋਣਾ ਚਾਹੀਦਾ। ਤੁਹਾਡੇ ਖਾਣੇ ਤੇ ਯੋਗ ਦੇ ਵਿਚਕਾਰ ਕਮ ਸੇ ਕਮ 2 ਤੋਂ 3 ਘੰਟੇ ਦਾ ਫਾਸਲਾ ਜ਼ਰੂਰ ਹੋਣਾ ਚਾਹੀਦਾ ਜੀ। ਤੇ ਇਸ ਤਰ੍ਹਾਂ ਵੀ ਡਾਕਟਰ ਸਾਹਿਬ ਦੇਖਣ ਦੇ ਵਿੱਚ ਆਇਆ ਕਿ ਕਈ ਵਾਰ ਲੋਕ ਸੈਰ ਕਰ ਰਹੇ ਹੁੰਦੇ ਨੇ, ਹਨਾ, ਸੈਰ ਕਰਦੇ ਕਰਦੇ ਨਾਲ ਉਹ ਸਾਹ ਦੀਆਂ ਐਕਸਰਸਾਈਜ਼ਸ ਕਰ ਰਹੇ ਹੁੰਦੇ ਨੇ, ਯੋਗ ਕਰਦੇ ਕਰਦੇ ਸੈਰ ਕਰ ਰਹੇ ਹੁੰਦੇ। 2 in 1 ਦਾ ਜਿਹੜਾ ਸਿਸਟਮ ਹੈ ਕੀ ਇਹ ਫਾਇਦਾ ਦਿੰਦਾ ਹੈ? ਹਾਂਜੀ, ਇਸ ਨੂੰ ਅਸੀਂ ਕਹਿੰਦੇ ਹਾਂ ਬ੍ਰਾਹਮਣ ਪ੍ਰਾਣਾਯਾਮ। ਅੱਛਾ, ਬ੍ਰਾਹਮਣ ਹਿੰਦੀ ਦਾ ਇੱਕ ਸ਼ਬਦ ਹੈ। ਬ੍ਰਾਹਮਣ ਮੀਨਸ ਵਾਕ ਕਰਨਾ, ਚੱਲਣਾ। ਸੋ ਚਲਦੇ ਹੋਏ ਜਿਹੜੀਆਂ ਸਾਹਾਂ ਦੀ ਐਕਸਰਸਾਈਜ਼ ਹੈ ਉਸ ਨੂੰ ਅਸੀਂ ਬ੍ਰਾਹਮਣ ਪ੍ਰਾਣਾਯਾਮ ਕਰਦੇ ਹਾਂ। ਉਸ ਦੇ ਬਹੁਤ ਫਾਇਦੇ ਨੇ, ਉਸ ਦਾ ਨੁਕਸਾਨ ਕੁਝ ਨਹੀਂ ਹੈ। ਹਾਂ, ਤੁਸੀਂ ਅਗਰ ਸਹੀ ਤਰੀਕੇ ਨਾਲ ਤੁਹਾਨੂੰ ਫਾਇਦਾ ਹੋਗਾ। ਉਹਦਾ ਪਹਿਲਾ ਫਾਇਦਾ ਇਹ ਹੋਏਗਾ ਕਿ ਤੁਹਾਡੀ ਵਾਕ ਤੁਸੀਂ ਤੇਜ਼ ਕਰ ਰਹੇ ਹੋ, ਤੁਹਾਨੂੰ ਸਾਹ ਨਹੀਂ ਚੜੇਗਾ, ਤੁਹਾਨੂੰ ਥਕਾਵਟ ਨਹੀਂ ਲੱਗੇਗੀ, ਤੁਹਾਡੇ ਹਾਰਟ ਨੂੰ ਤੇ ਲੰਗਸ ਨੂੰ ਬਹੁਤ ਜ਼ਿਆਦਾ ਆਕਸੀਜਨ ਮਿਲੇਗੀ ਔਰ ਅਨਨੈਸੈਸਰੀ ਦੀ ਬਹੁਤ ਸਾਰੀ ਕਾਰਬਨ ਡਾਈਆਕਸਾਈਡ ਵੀ ਬਾਹਰ ਆਏਗੀ। ਸੋ ਬ੍ਰਾਹਮਣ ਪ੍ਰਾਣਾਯਾਮ ਕਰਨ ਦੇ ਜ਼ਿਆਦਾਤਰ ਫਾਇਦੇ ਹੀ ਹੁੰਦੇ ਨੇ। ਐਕਚੁਅਲੀ ਕੁਝ ਲੇਡੀਜ਼ ਜਾਂ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਵਾਕ ਬੜੀ ਹੌਲੀ ਹੌਲੀ ਕਰਦੇ ਆ, ਨਾਲ ਗਰੁੱਪ ਵਿੱਚ ਕਰਦੇ ਆ ਔਰ ਖੂਬ ਸਾਰੀਆਂ ਗੱਲਾਂ ਕਰਦੇ which is totally wrong। ਉਹ ਉਸ ਨੂੰ ਕਰਨ ਦਾ ਕੁਝ ਵੀ ਫਾਇਦਾ ਨਹੀਂ ਹੈ। ਉਹਨੂੰ ਅਸੀਂ ਟਹਿਲਣਾ ਕਹਿ ਸਕਦੇ ਆ, ਲੇਕਿਨ ਉਹ ਐਕਸਰਸਾਈਜ਼ ਪੁਆਇੰਟ ਆਫ ਵਿਊ ਨਾਲ ਵਾਕ ਨਹੀਂ ਮੰਨੀ ਜਾਂਦੀ। ਸੋ ਉਹਦੇ ਵਿੱਚ ਕੀ ਹੈ, ਜਦੋਂ ਅਸੀਂ ਗੱਲਾਂ ਕਰ ਰਹੇ ਹਾਂ ਸਾਡੀ એનર્ਜੀ ਸਾਰੀ ਗੱਲਾਂ ਵਿੱਚ ਵੇਸਟ ਹੋ ਜਾਂਦੀ ਹੈ। ਤੁਸੀਂ ਥੋੜੀ ਜੀ ਵਾਕ 'ਚ ਹੀ ਥੱਕ ਜਾਓਗੇ। ਬਿਲਕੁਲ ਠੀਕ ਹੈ। ਤੁਸੀਂ ਬਿਨਾ ਗੱਲ ਕਰਦੇ ਔਰ ਬਰੀਥਿੰਗ ਐਕਸਰਸਾਈਜ਼ ਦੇ ਨਾਲ ਵਾਕ ਕਰਦੇ ਹੋ ਤਾਂ ਤੁਸੀਂ ਜਲਦੀ ਥਕਾਵਟ ਨਹੀਂ ਮਹਿਸੂਸ ਕਰੋਗੇ। ਸੋ ਵਾਕ ਕਰਨੀ ਹੈ ਤਾਂ ਜ਼ਰੂਰ ਇਕੱਲੇ ਕਰੋ, ਥੋੜਾ ਜਿਹਾ ਸਾਹਾਂ ਤੇ ਧਿਆਨ ਰੱਖ ਕੇ ਬ੍ਰਾਹਮਣ ਪ੍ਰਾਣਾਯਾਮ ਦੇ ਨਾਲ ਕਰੋ ਤਾਂ ਤੁਹਾਨੂੰ ਵਾਕ ਦਾ ਵੀ ਬਹੁਤ ਫਾਇਦਾ ਹੋ ਸਕਦਾ ਹੈ ਜੀ। ਡਾਕਟਰ ਹਰਵਿੰਦਰ ਕੌਰ, ਤੁਸੀਂ ਪੰਜਾਬ 1 ਟੀਵੀ ਦੇ ਸਟੂਡੀਓ ਦੇ ਵਿੱਚ ਆਏ, ਤੁਸੀਂ ਥਾਇਰਾਇਡ ਬਾਰੇ ਇੰਨੀ ਡਿਟੇਲ ਦੇ ਵਿੱਚ ਦੱਸਿਆ, ਬਹੁਤ ਵਧੀਆ ਜਾਣਕਾਰੀ ਦਿੱਤੀ, ਯੋਗ ਬਾਰੇ ਤੁਸੀਂ ਬਹੁਤ ਬਾਰੀਕੀਆਂ ਦੱਸੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
For more updates, download Punjab One TV app free on Roku, Tikri TV, Google Play Store, iOS. Like, follow and share our Facebook page. YouTube channel भी subscribe कर सकते हो।